हाँ जी विद्यार्थियों, अज आपां गुरदयाल सिंह दा लिखिया होया नावल अध चाननी रात करांगे। देखांगे कि किवें इस नावल दे विच समाज सभ्याचार दा चित्रण होया। सब तो पहलां असीं प्रोफैसर गुरदयाल सिंह बारे जानन दी कोशिश करांगे। प्रोफैसर गुरदयाल सिंह दा जन्म एक सधारण पिंड वर्गे कस्बे जैतो विच जनवरी 1933 नूं होया सी ते ਉਹ 40 ਸਾਲ ਤੋਂ ਉੱਪਰ ਜਿਹੜਾ ਹੈਗਾ ਅਧਿਆਪਨ ਖੇਤਰ ਵਿੱਚ ਕਾਰਜ ਨਿਭਾਉਣ ਮਗਰੋਂ ਯੂਨੀਵਰਸਿਟੀ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਸੀ। ਹੁਣ ਤੱਕ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਸਮਰਿੱਧ ਕਰਨ ਲਈ ਜਿਹੜਾ ਹੈਗਾ 10 ਨਾਵਲ, 12 ਕਹਾਣੀ ਸੰਗ੍ਰਹਿ, 3 ਨਾਟਕ ਜਿਹੜੇ ਲਿਖੇ, 4 ਲੇਖ ਸੰਗ੍ਰਹਿ, 2 ਭਾਗ ਜਿਹੜੇ ਸਵੈ ਜੀਵਨੀ ਦੇ ਲਿਖੇ, 1 ਸਫ਼ਰਨਾਮਾ, 1 ਖੋਜ ਪੁਸਤਕ ਤੇ 21 ਬਾਲ ਪੁਸਤਕਾਂ ਦੀ ਜਿਹੜੀ ਰਚਨਾ ਕਰਕੇ ਪੰਜਾਬੀ ਸਾਹਿਤ ਦੀ ਭਰਪੂਰ ਸੇਵਾ ਕੀਤੀ। ਜਿਹੜਾ ਅਸੀਂ ਹਥਲਾ ਨਾਵਲ ਪੜ੍ਹ ਰਹੇ ਹਾਂ ਅੱਧ ਚਾਨਣੀ ਰਾਤ, ਜਿਹੜਾ ਇਹ ਨਾਵਲ ਆ ਇਹ 1972 ਵਿੱਚ ਛਪਿਆ ਸੀ ਅਤੇ 1973 ਵਿੱਚ ਨੈਸ਼ਨਲ ਬੁੱਕ ਟਰੱਸਟ ਨੇ ਇਹਨੂੰ ਭਾਰਤੀ ਭਾਸ਼ਾਵਾਂ ਵਿੱਚ ਛਾਪਣ ਦਾ ਜਿਹੜਾ ਫੈਸਲਾ ਲੈ ਲਿਆ ਸੀ। 1975 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ 3 ਸਾਲ ਵਿੱਚ ਜਿਹੜਾ ਇੱਕ ਵਾਰ ਦਿੱਤਾ ਜਾਣ ਵਾਲਾ ਪਹਿਲਾ ਨਾਨਕ ਸਿੰਘ ਜਿਹੜਾ ਪੁਰਸਕਾਰ ਹੈ ਉਹ ਇਸ ਨਾਵਲ ਨੂੰ ਮਿਲਿਆ ਅਤੇ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਇਸ ਨਾਵਲ ਨੂੰ ਮਿਲਿਆ। ਹੁਣ ਇਸ ਨਾਵਲ ਦੇ ਵਿੱਚ ਜਿਹੜਾ ਹੈਗਾ ਜਿਹੜਾ ਸਮਾਜ ਅਤੇ ਸੱਭਿਆਚਾਰ ਦੀ ਬਦਲਦੀ ਸਥਿਤੀ ਅਨੁਸਾਰ ਮਨੁੱਖ ਦੀ ਜਿਹੜੀ ਮਾਨਸਿਕ ਦਸ਼ਾ ਦਾ ਕਿਵੇਂ ਰੂਪ ਬਦਲਿਆ ਉਹਦਾ ਭਰਪੂਰ ਰੂਪ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਚਿਤਰਨ ਕੀਤਾ ਗਿਆ। ਜਿਹੜਾ ਇਸ ਨਾਵਲ ਦੇ ਵਿੱਚ ਜਿਹੜਾ ਉਸ ਦੌਰ ਦੀ ਗੱਲ ਕੀਤੀ ਗਈ ਆ ਜਦੋਂ ਜਿਹੜਾ ਕਿਸਾਨੀ ਜੀਵਨ ਜਿਹੜਾ ਹੈਗਾ ਨਿਘਾਰ ਵੱਲ ਜਾਣਾ ਸ਼ੁਰੂ ਹੋਇਆ। ਉਹ ਤਾਂ ਹੁਣ ਵੀ ਆ, ਜਿਹੜਾ ਹੁਣ ਇਹ ਸੰਕਟ ਜਿਹੜਾ ਕਿੰਨਾ ਗਹਿਰਾ ਚੁੱਕਿਆ, ਜਿਹੜਾ ਹੁਣ ਦੇ ਮੌਜੂਦਾ ਹਾਲਤਾਂ ਬਾਰੇ ਜੇ ਤੁਸੀਂ ਦੇਖੋ ਤਾਂ ਇਹ ਸਾਰਾ ਸਿਸਟਮ ਜਿਹੜਾ ਹੈਗਾ ਪੂੰਜੀਵਾਦੀ ਜਿਹੜੀ ਵਿਵਸਥਾ ਦੇ ਆਗਮਨ ਦੇ ਨਾਲ ਜਿਹੜਾ ਹੈਗਾ, ਜਿਵੇਂ ਹਰਾ ਇਨਕਲਾਬ ਆਇਆ ਉਹਨਾਂ ਦੇ ਨਾਲ ਜਿਹੜਾ ਪੂੰਜੀਵਾਦੀ ਸਿਸਟਮ ਦੇ ਨਾਲ ਜਿਹੜਾ ਹੈਗਾ ਇਹ ਕਿਸਾਨੀ ਜੀਵਨ ਦਾ ਨਿਘਾਰ ਜਾਂ ਕਿਸਾਨੀ ਜੀਵਨ ਦੇ ਵਿੱਚ ਸੰਕਟ ਜਿਹੜਾ ਆਉਣਾ ਸ਼ੁਰੂ ਹੋਇਆ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਹੈਗਾ ਇਸ ਨਾਵਲ ਦੇ ਪਾਤਰ ਇਸ ਸੰਕਟ ਦਾ ਸਾਹਮਣਾ ਕਰ ਰਹੇ ਆ, ਕਿਉਂਕਿ ਜਿਹੜਾ ਹੈਗਾ ਪੂੰਜੀਵਾਦੀ ਵਿਵਸਥਾ ਦਾ ਜਿਹੜਾ ਆਗਮਨ ਸੀਗਾ ਉਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਿਹੜਾ ਲੈ ਕੇ ਆਇਆ। ਜਿਹੜਾ ਇਸ ਸਮੇਂ ਜਿਹੜਾ ਆਮ ਲੋਕ ਜਿਹੜਾ ਉਹ ਮਾਨਸਿਕ ਤੌਰ 'ਤੇ ਤਬਦੀਲੀ ਲਈ ਤਿਆਰ ਨਹੀਂ ਸੀ, ਕਿਉਂਕਿ ਉਹ ਹਾਲੇ ਜਾਗੀਰਦਾਰੀ ਵਿਵਸਥਾ ਵਿੱਚ ਜਿਹੜੇ ਆਪਣੇ ਆਪ ਨੂੰ ਕੱਢ ਨਹੀਂ ਸਕੇ ਸੀ। ਇਸ ਨਾਵਲ ਦੇ ਪਾਤਰ ਵੀ ਇਸ ਦੁਖਾਂਤ ਨੂੰ ਹਟਾਉਂਦੇ ਆ। ਇਸ ਨਾਵਲ ਦੇ ਵਿੱਚ ਜਿਹੜਾ ਘਨੇਕਿਆਂ ਦੀ ਧਿਰ ਹੈਗੀ ਆ, ਘਨੇਕਿਆਂ ਦਾ ਜਿਹੜਾ ਘਨੇ ਦਾ ਜਿਹੜਾ ਆਪਣੇ ਮੋਦਨ ਕਤਲ ਕਰਦਾ ਉਹ ਧਿਰ ਜਿਹੜੀ ਹੈਗੀ ਆ ਉਸ ਰਾਹੀਂ ਨਾਵਲਕਾਰ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਕਿ ਪੂੰਜੀਵਾਦ ਨੇ ਸਭ ਮਨੁੱਖੀ ਕਦਰਾਂ ਕੀਮਤਾਂ ਨੂੰ ਜਿਹੜਾ ਖੁੰਝੇ ਲਾ ਦਿੱਤਾ। ਇਸ ਯੁੱਗ ਵਿੱਚ ਮਿਹਨਤ ਦੀ ਜਿਹੜੀ ਕਮਾਈ ਕਰਨ ਦੀ ਗੱਲ ਜਿਹੜੀ ਹੈਗੀ ਉਹ ਬੀਤੇ ਸਮੇਂ ਵਾਂਗੂ ਜਿਹੜੀ ਪੁਰਾਣੀ ਹੋ ਗਈ। ਮਤਲਬ ਕਿ ਮਿਹਨਤ ਤੋਂ ਬਿਨਾਂ ਜਿਹੜਾ ਹੈਗਾ ਐਵੇਂ ਜੁਗਾੜ ਲਾ ਕੇ ਜਿਹੜਾ ਮਨੁੱਖ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗਿਆ। ਪੂੰਜੀਵਾਦ ਨੇ ਜਿਹੜਾ ਹੈਗਾ ਹੋਰ ਕੀ ਤਬਦੀਲੀ ਕੀਤੀ ਕਿ ਪੂੰਜੀਵਾਦ ਦੇ ਆਉਣ ਦੇ ਨਾਲ ਹੀ ਮੱਧ ਵਰਗ ਦੀ ਜਿਹੜਾ ਉਤਪਤੀ ਹੋਈ। ਮੱਧ ਵਰਗ ਜਿਹੜਾ ਨਾ ਉੱਚ ਵਰਗ ਦੇ ਸੁਪਨੇ ਲੈਂਦਾ ਜਿਹੜਾ ਹੈਗਾ ਸੰਕਟ ਦੇ ਵਿੱਚ ਘਿਰਦਾ ਜਾਂਦਾ। ਅਤੇ ਜਿਹੜੀ ਸਭ ਤੋਂ ਮਾੜੀ ਗੱਲ ਆ ਪੂੰਜੀਵਾਦੀ ਵਿਵਸਥਾ ਵਿੱਚ ਸਭ ਤੋਂ ਜਿਹੜੀ ਬੁਰੀ ਗੱਲ ਹੈ ਕਿ ਪੈਸੇ ਦੀ ਤਾਕਤ ਜਿਹੜੀ ਹੈਗੀ ਆ ਉਹ ਕਿਸੇ ਮਾੜੇ ਨੂੰ ਇੱਜ਼ਤ ਮਾਣ ਨਾਲ ਜਿਹੜਾ ਜਿਉਣ ਨਹੀਂ ਦਿੰਦੀ। ਕੋਈ ਵੀ ਜਿਹੜਾ ਸੰਵੇਦਨਸ਼ੀਲ ਵਿਅਕਤੀ ਆ ਅਜਿਹੀ ਵਿਵਸਥਾ ਵਿੱਚ ਖੁਸ਼ ਨਹੀਂ ਰਹਿ ਸਕਦਾ। ਘਨੇ ਕਿ ਜਿਹੜਾ ਕੀ ਕਰਦੇ ਆ ਕਿ ਜਿੱਥੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਇਸ ਨਾਵਲ ਦੇ ਸੰਕਟ ਦੀ ਕਿ ਉਹ ਘਣੇ ਕੇ ਜਿਹੜੇ ਉਹ ਪਾਲੇ ਉੱਤੇ ਝੂਠਾ ਕੇਸ ਪਾ ਕੇ ਪਾਲਾ ਜਿਹੜਾ ਮੋਦਨ ਦਾ ਪਿਤਾ ਜੇਲ੍ਹ ਭਜਵਾ ਦਿੰਦੇ ਆ ਅਤੇ ਫਿਰ ਆਪਣੇ ਖਰੀਦੇ ਜਿਹੜੇ ਥਾਣੇਦਾਰ ਰਾਹੀਂ ਉਹਦੀ ਅਤੇ ਉਹਦੇ ਪਰਿਵਾਰ ਦੀ ਬੇਪਤੀ ਕਰਦੇ ਆ। ਥਾਣੇਦਾਰ ਜਿਹੜਾ ਹੈਗਾ ਪਾਲੇ ਦੇ ਪਰਿਵਾਰ 'ਤੇ ਇੰਨਾ ਤਸ਼ੱਦਦ ਕਰਦਾ ਅਤੇ ਆਪਣੇ ਸਿਪਾਹੀਆਂ ਨੂੰ ਜਿਹੜਾ ਹੁਕਮ ਜਿਹੜਾ ਮਾੜੀਆਂ ਗੱਲਾਂ ਕਹਿੰਦਾ ਕਿ ਜਿਹੜਾ ਐ ਨਹੀਂ ਸਿੱਧੀਆਂ ਉਂਗਲਾਂ ਨਾਲ ਘਿਓ ਨਿਕਲਦਾ, ਹੁਣ ਇਹਨਾਂ ਦੀਆਂ ਤੀਵੀਆਂ ਨੂੰ ਨੰਗੀਆਂ ਕਰ। ਇਹ ਗੱਲ ਜਿਹੜੀ ਹੈਗੀ ਆ ਇਹ ਬੇਇੱਜ਼ਤੀ ਜਿਹੜੀ ਹੈਗੀ ਆ ਨਮੋਸ਼ੀ ਪਾਲੇ ਨੂੰ ਜਿਉਣ ਨਹੀਂ ਦਿੰਦੀ ਅਤੇ ਉਹ ਕੀ ਕਰਦਾ ਸਿੱਟੇ ਵਜੋਂ ਉਹ ਆਪਣੇ ਜਿਹੜੇ ਕਦੇ ਨਾ ਕੀਤੇ ਗੁਨਾਹ ਦਾ ਜਿਹੜੀ ਸਜ਼ਾ ਭੁਗਤ ਕੇ ਵਾਪਸ ਆਉਂਦੇ ਆ ਜਿਹੜਾ ਪਾਲਾ ਅੰਦਰੋਂ ਅੰਦਰੀ ਜਿਹੜਾ ਨਮੋਸ਼ੀ ਸਹਿੰਦਾ ਮਰ ਜਾਂਦਾ। ਇਸ ਪੂੰਜੀਵਾਦ ਸਮਾਜ ਵਿੱਚ ਜਿਹੜੀ ਪੈਸੇ ਦੀ ਅੰਨੀ ਤਾਕਤ ਅੱਗੇ ਜਿਹੜਾ ਹੈਗਾ ਮਨੁੱਖੀ ਰਿਸ਼ਤਿਆਂ ਦਾ ਦਰਜਾ ਜਿਹੜਾ ਨਿਗੂਣਾ ਹੋ ਗਿਆ ਜਾਂ ਦੂਜੇ ਲੈਵਲ 'ਤੇ ਚਲਿਆ ਗਿਆ। ਇਸ ਨਾਵਲ ਦੇ ਵਿੱਚ ਸਾਨੂੰ ਇਹ ਵੀ ਜਿਹੜਾ ਪਤਾ ਚੱਲਦਾ। ਫਿਰ ਹੈ ਦੂਜਾ ਹੈ ਕਿ ਨਾਵਲ ਵਿਚਲੇ ਪਾਤਰ ਜਿਹੜੀ ਮਾੜੀ ਆਰਥਿਕਤਾ ਵਿੱਚ ਜ਼ਿੰਦਗੀ ਜਿਉਂਦੇ ਆ ਉਹਦੇ ਨਾਲੋਂ ਉਹ
ਮਰਨ ਨੂੰ ਵੀ ਚੰਗਾ ਸਮਝਦੇ ਆ। ਅਤੇ ਬਹੁਤੇ ਪਾਤਰ ਜਿਹੜੇ ਹੈਗੇ ਆ ਉਹ ਜ਼ਿੰਦਗੀ ਜਿਉਣ ਲਈ ਹਿੰਸਾ ਤੋਂ ਵੀ ਕੰਮ ਲੈਂਦੇ ਆ। ਕਈ ਪਾਤਰ ਜਿਹੜਾ ਜ਼ਿੰਦਗੀ ਦੇ ਸੰਘਰਸ਼ ਤੋਂ ਡਰਨ ਦੇ ਨਾਲੋਂ ਨਾਲ ਉਹਨੂੰ ਮਖੌਲ ਵੀ ਕਰਦੇ ਆ, ਜਿਵੇਂ ਰੁਲਦੂ ਵਰਗੇ ਪਾਤਰ ਆ। ਜਿਹੜੇ ਇਸ ਨਾਵਲ ਦੇ ਪਾਤਰਾਂ ਦੇ ਗੱਲਬਾਤ ਥਰੂ, ਜਿਵੇਂ ਘਰੇ ਹੋਈਏ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਜਿਹੜੇ ਪਸ਼ੂ ਬਣੇ ਰਹੀਏ, ਪੋਹ ਮਾਘ ਦੀਆਂ ਰਾਤਾਂ ਨੂੰ ਪਾਣੀ ਲਾਈਏ ਊਂ ਘੂਰ ਨਿਕਲ ਜਾਂਦਾ। ਇਹ ਗੱਲ ਜਿਹੜੀ ਹੈਗੀ ਆ ਪਾਲਾ ਅਤੇ ਉਹਦਾ ਇੱਕ ਹੋਰ ਸਾਥੀ ਜਿਹੜੇ ਕਿ ਜੇਲ੍ਹ ਦੇ ਵਿੱਚ ਗੱਲਬਾਤ ਕਰਦੇ ਆ, ਉਹ ਤੋਂ ਸਾਨੂੰ ਜਿਹੜਾ ਸਾਹਮਣੇ ਆਉਂਦਾ ਕਿ ਇਹ ਪਾਤਰ ਜਿਹੜੇ ਹੈਗੇ ਆ ਉਹ ਮੁਸ਼ੱਕਤ ਤੋਂ ਨਹੀਂ ਡਰਦੇ, ਪਰ ਜਿਹੜੀ ਮੁਸ਼ੱਕਤ ਕਰਕੇ ਉਹਨਾਂ ਦੀ ਮਿਹਨਤ ਹੈ, ਜਦੋਂ ਉਸ ਮਿਹਨਤ ਦਾ ਮੁੱਲ ਨਹੀਂ ਪੈਂਦਾ, ਇਹ ਉਸ ਤਰ੍ਹਾਂ ਦੀ ਜ਼ਿੰਦਗੀ ਤੋਂ ਜਿਹੜੇ ਅੱਕੇ ਪਏ ਆ, ਡਰਦੇ ਆ। ਠੀਕ ਹੈ। ਫਿਰ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੋਰ ਗੱਲ ਜਿਹੜੀ ਉੱਭਰ ਕੇ ਆਉਂਦੀ ਆ ਕਿ ਜਿਹੜਾ ਰੁਲਦੂ ਹੈ ਉਹ ਜਿਹੜਾ ਮੋਦਨ ਦਾ ਹਰ ਥਾਂ 'ਤੇ ਸਾਥ ਨਿਭਾਉਂਦਾ, ਤਾਂ ਉਹ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਹੋਰ ਕੋਈ ਜਿਹੜਾ ਪੂੰਜੀਵਾਦੀ ਸਿਸਟਮ ਦੇ ਵਿੱਚ, ਕਿਉਂਕਿ ਰਿਸ਼ਤੇ ਦੁਜੈਲੇ ਹੋ ਜਾਂਦੇ ਆ, ਪੂੰਜੀ ਪਹਿਲ ਦੇ ਆਧਾਰ 'ਤੇ ਹੋ ਜਾਂਦੀ ਆ, ਤਾਂ ਕੋਈ ਹੋਰ ਰਿਸ਼ਤਾ ਸਾਥ ਨਿਭਾਵੇ ਨਾ ਨਿਭਾਵੇ, ਜਿਹੜੀ ਦੋਸਤੀ ਦਾ ਰਿਸ਼ਤਾ, ਕਿਉਂਕਿ ਦੋਸਤੀ ਦੇ ਰਿਸ਼ਤੇ ਵਿੱਚ ਪੈਸੇ ਦਾ ਵੰਡ ਵੰਡਾਰਾ ਨਹੀਂ ਹੈ, ਜ਼ਮੀਨਾਂ ਦਾ ਵੰਡ ਵੰਡਾਰਾ ਨਹੀਂ ਹੈ, ਤਾਂ ਦੋਸਤੀ ਦਾ ਰਿਸ਼ਤਾ ਜਿਹੜਾ ਸਾਥ ਨਿਭਾਉਂਦਾ। ਤਾਂ ਰੁਲਦੂ ਜਿਹੜਾ ਹੈਗਾ ਉਹ ਉਹਦੇ ਘਰ ਵਸਾਉਣ ਦੇ ਲਈ ਵੀ ਆਪਣੀ ਜ਼ਮੀਨ ਨੂੰ ਜਿਹੜੀ ਵੀ ਥੋੜ੍ਹੀ ਬਹੁਤ ਹੈ ਉਸਨੂੰ ਗਹਿਣੇ ਕਰ ਦਿੰਦਾ, ਅਤੇ ਹੋਰ ਵੀ ਉਹਦਾ ਜਿਹੜਾ ਮਰਨ ਤੱਕ ਜਿਹੜਾ ਪਾਲੇ ਦਾ ਉਹਦਾ ਮੋਦਨ ਦਾ ਸਾਥ ਨਿਭਾਉਂਦਾ ਰਹਿੰਦਾ। ਜਿਹੜੀ ਲਾਸਟ ਦੇ ਵਿੱਚ ਜਿਹੜਾ ਆਪਾਂ ਦੇਖਦੇ ਹਾਂ ਕਿ ਜਿਹੜੇ ਸੁਪਨੇ ਜਿਹੜਾ ਮੱਧ ਵਰਗ ਲੈਂਦਾ, ਜਾਂ ਜਿਹੜੇ ਸੁਪਨੇ ਮੋਦਨ ਨੇ ਲਏ, ਰੁਲਦੂ ਨੇ ਲਏ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੋਰ ਪਾਤਰ ਹੈਗੇ ਆ ਜਿਹੜੇ ਮੱਧ ਵਰਗ ਨਾਲ ਰਿਲੇਟਡ ਹੈਗੇ ਆ, ਜਾਂ ਜਿਹੜੇ ਸੰਕਟ ਪੂੰਜੀਵਾਦ ਦੇ ਨੂੰ ਸਹਿ ਰਹੇ ਆ, ਉਹ ਬਿਨਾਂ ਮੁਸ਼ੱਕਤ ਕੀਤੇ, ਬਿਨਾਂ ਮਿਹਨਤ ਕੀਤੇ ਜਿਹੜਾ ਉਹ ਹਕੀਕਤ ਵਿੱਚ ਬਦਲ ਨਹੀਂ ਸਕਦੇ। ਅਤੇ ਰੁਲਦੂ ਦੀ ਆਰਥਿਕ ਹਾਲਤ ਜਿਹੜੀ ਪਹਿਲਾਂ ਬਹੁਤ ਮਾੜੀ ਹੈ, ਜਿਹੜਾ ਚੰਗੇ ਮਾੜੇ ਦਿਨਾਂ ਵਿੱਚ ਜਿਹੜੇ ਉਹ ਫਿਰ ਵੀ ਚੰਗੇ ਦਿਨਾਂ ਦੀ ਆਸ ਨਾਲ ਜ਼ਿੰਦਗੀ ਜਿਹੜੀ ਹੈਗੀ ਉਹਦੀ ਅਗਾਂਹ ਤੁਰਦੀ ਜਾਂਦੀ ਆ, ਮਤਲਬ ਕਿ ਉਹ ਪੋਜ਼ੀਟਿਵ ਜਿਹੜੀ ਆਪਦੀ ਸੋਚ ਰੱਖਦਾ, ਆਪਦੇ ਬੱਚਿਆਂ ਤੱਕ ਉਹ ਸੋਚ ਰੱਖਦਾ ਕਿ ਜਿਹੜਾ ਕਿਸ ਤਰ੍ਹਾਂ ਜਿਹੜੇ ਹੈਗੇ ਆ ਉਹਦੇ ਬੱਚੇ ਹੋਣਗੇ, ਫਿਰ ਉਹ ਬਹੁਤ ਐਸ਼ ਨਾਲ ਰਹੂਗਾ। ਇਸ ਤਰ੍ਹਾਂ ਦੀਆਂ ਗੱਲਾਂ ਦਾ ਜਿਹੜਾ ਉਹ ਜ਼ਿਕਰ ਕਰਦਾ। ਜਿਵੇਂ ਇਹਦੇ ਵਿੱਚ ਇੱਕ ਗੱਲਬਾਤ ਆਉਂਦੀ ਹੈ ਕਿ ਸਾਰੀ 4-5 ਕੁਮਾਂ ਪੈਲੀ ਸੀ ਪਿਓ ਦਾਦਿਆਂ ਵੇਲੇ ਦੀ, ਕੱਲ੍ਹ ਨੂੰ ਮੁੰਡਾ ਸੁੱਖ ਨਾਲ ਜਵਾਨ ਹੋਇਆ, ਕਿਸੇ ਚੰਗੇ ਘਰੇ ਮੰਗ ਵਿਆਹ ਲਵਾਂਗੇ, ਰੋਟੀ ਪੱਕੀ ਪਕਾਈ ਮਿਲੂ, ਲੀੜਾ ਧੋ ਸਵਾਰਿਆ ਮਿਲੂ, ਹੋਰ ਆਪਾਂ ਨੂੰ ਕੀ ਉੱਠ ਘੋੜਾ ਚਾਹੀਦਾ। ਇਹ ਰੁਲਦੂ ਕਹਿੰਦਾ, ਕਿਉਂਕਿ ਉਹ ਪੋਜ਼ੀਟਿਵ ਸੋਚ ਰੱਖ ਰਿਹਾ, ਆਸ਼ਾਵਾਦੀ ਜਿਹੜੀ ਹੈਗੀ ਆ ਸੋਚ ਰੱਖ ਲਿਆ। ਅਤੇ ਇਸ ਨਾਵਲ ਵਿੱਚ ਜਿਹੜੀ ਹੈਗੀ ਆ ਇਸ ਗੱਲ ਦੀ ਪੇਸ਼ਕਾਰੀ ਵੀ ਜਿਹੜੀ ਸਪਸ਼ਟ ਰੂਪ ਦੇ ਵਿੱਚ ਹੋਈ ਆ। ਫਿਰ ਮੋਦਨ ਦਾ ਜਿਹੜਾ ਹੈਗਾ ਸੰਕਟ ਅਖੀਰ 'ਤੇ ਕਿਵੇਂ ਜਾਂਦਾ ਕਿ ਮੋਦਨ ਆਪਣੇ ਪਿਓ ਦੀ ਨਮੋਸ਼ੀ ਦਾ ਬਦਲਾ ਜਿਹੜਾ ਹੈਗਾ ਉਹ ਤਾਂ ਘਣਿਆਂ ਤੋਂ ਲੈ ਲੈਂਦਾ। ਕਿਵੇਂ ਲੈ ਲੈਂਦਾ? ਘਣੇ ਦਾ ਕਤਲ ਕਰਕੇ ਲੈ ਲੈਂਦਾ। ਪਰ ਫਿਰ ਜਿਹੜਾ ਹੈਗਾ ਉਹ ਆਪਣੇ ਕੀਤੇ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਸਾਰੀ ਉਮਰ ਸਜ਼ਾ ਭੁਗਤਦਾ ਰਹਿੰਦਾ। ਰੁਲਦੂ ਮੋਦਨ ਦੀ ਕੀਤੀ 'ਤੇ ਪੂਰਾ ਹੱਕ ਵਿੱਚ ਹੁੰਦਾ, ਉਹਨੂੰ ਮੋਦਨ ਨੂੰ ਜਿਹੜਾ ਹੈਗਾ ਸੈਟਿਸਫਾਈ ਕਰਦਾ ਰਹਿੰਦਾ ਗੱਲਬਾਤ ਦੇ ਨਾਲ ਕਿ ਤੂੰ ਚੰਗਾ ਕੀਤਾ। ਜਿਹੜਾ ਬੰਦਾ ਆਪਦੇ ਜਿਹੜਾ ਪੁਰਖਿਆਂ ਦੀ ਜਾਂ ਆਪਦੇ ਪਿਓ ਦਾ ਜਿਹੜਾ ਬਦਲਾ ਨਹੀਂ ਲੈਂਦਾ, ਉਹ ਵੀ ਕੋਈ ਬੰਦਾ ਹੁੰਦਾ, ਉਹ ਬਾਰ-ਬਾਰ ਉਸ ਨੂੰ ਇਸ ਗੱਲ ਦੇ ਲਈ ਜਿਤਾਉਂਦਾ ਰਹਿੰਦਾ। ਕਤਲ ਕਰਕੇ ਮੋਦਨ ਸਿਰਫ ਕਾਤਲ ਕਹਾਉਂਦਾ ਹੈ, ਉਹਦੀ ਜਿਹੜੀ ਆਰਥਿਕਤਾ ਵੀ ਸਾਮੀ ਨਹੀਂ ਰਹਿੰਦੀ। ਇਹ ਜਿਹੜਾ ਪੂੰਜੀਵਾਦ ਦਾ ਜਿਹੜਾ ਇਹ ਵੀ ਸੰਕਟ ਸਹਿੰਦਾ ਉਹ ਕਿ ਜਾਗੀਰਦਾਰੀ ਸਮਾਜ ਦੇ ਵਿੱਚ ਜਿਹੜਾ ਬੰਦਾ ਆਪਦੇ ਪੁਰਖਿਆਂ ਦੀ ਜਿਹੜੀ ਜਾਂ ਆਪਦੇ ਪਿਤਾ ਦੀ ਜਿਹੜੀ ਬਦਲਾ ਲੈ ਕੇ ਹੀਰੋ ਬਣ ਜਾਂਦਾ, ਉਹ ਪੂੰਜੀਵਾਦੀ ਸਿਸਟਮ ਦੇ ਵਿੱਚ ਉਹ ਮਨੁੱਖ ਜਿਹੜਾ ਹੈਗਾ ਉਹ ਕਾਤਲ ਕਹਾਉਂਦਾ। ਉਹਦੀ ਆਰਥਿਕਤਾ ਸਾਮੀ ਨਹੀਂ ਰਹਿੰਦੀ, ਕਿਉਂਕਿ ਫਿਰ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਰਾ ਪੈਸਾ ਖਤਮ ਹੋ ਜਾਂਦਾ। ਅਤੇ ਸੱਥ ਵਿੱਚ ਰੁਲਦੂ ਦੁਆਰਾ ਮੋਦਨ ਦੀ ਕੀਤੀ ਪ੍ਰਸ਼ੰਸਾ 'ਤੇ ਜਿਹੜਾ ਹੈਗਾ ਇੱਕ ਜਿਹੜਾ ਪਾਤਰ ਵਿਰੋਧ ਕਰਦਾ ਕਿ ਜਿਹੜੀ ਤੇਰੇ ਵਰਗਿਆਂ ਨੇ ਆਰਾਂ ਦੇ ਕੇ ਉੱਤੋਂ ਸੁਰਮਗਤੀ ਕਰਾਈ ਹੈ, ਉਹ ਮੁਕੱਦਮੇ 'ਤੇ ਲੱਗ ਜੂ, ਮੁੰਡੇ ਦੋਵੇਂ ਰੁਲ ਜਾਣਗੇ, ਫਿਰ ਲੱਗੂ ਪਤਾ ਬਈ ਖੂਨ ਕਿਵੇਂ ਕਰੀਦਾ ਹੁੰਦਾ। ਇਹ ਪੂੰਜੀਵਾਦੀ ਸਿਸਟਮ ਦਾ ਜਿਹੜੀ ਹੈਗੀ ਆ ਸੋਚ ਆ। ਤਾਂ ਜਿਹੜਾ ਸਜ਼ਾ ਭੁਗਤ ਕੇ ਆਉਂਦੇ ਹੀ ਜਿਹੜਾ ਘਰ ਦਾ ਢਾਂਚਾ ਵਿਗੜਿਆ ਪਿਆ ਹੁੰਦਾ, ਉਹਦਾ ਭਰਾ ਸੱਜਣ ਦਾ ਜਿਹੜਾ ਵਤੀਰਾ ਉਹ ਬਦਲਿਆ ਪਿਆ ਹੁੰਦਾ, ਉਹ ਘਣੇ ਗਿਆਂ ਦੇ ਨਾਲ ਮਿਲ ਜਾਂਦਾ, ਕਿਉਂਕਿ ਉਹ ਵੀ ਇੱਕ ਪੂੰਜੀਵਾਦੀ ਸਿਸਟਮ ਦੇ ਵਿੱਚ ਜਿਹੜਾ ਫਿੱਟ ਹੋਇਆ ਪਾਤਰ ਆ। ਉਹਨੂੰ ਸੱਜਣ ਦੁਆਰਾ ਕੀਤੀ ਮਿਹਨਤ ਦੀ ਝਲਕ ਨਜ਼ਰ ਨਹੀਂ ਆਉਂਦੀ। ਮੋਦਨ ਨੂੰ ਸੱਜਣ ਦਾ ਦੁਸ਼ਮਣਾਂ ਨਾਲ ਮਿਲ ਜਾਣਾ ਚੰਗਾ ਨਹੀਂ ਲੱਗਦਾ, ਪਰ ਸੱਜਣ ਇਸ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਉਹਦਾ ਜਿਹੜਾ ਲਾਭ ਇਸੇ ਵਿੱਚ ਹੈ।
ਕਿਉਂਕਿ ਜਿਵੇਂ ਮੈਂ ਦੱਸਿਆ ਕਿ ਪੂੰਜੀਵਾਦ ਸਿਸਟਮ ਦਾ ਜਿਹੜਾ ਸਭ ਤੋਂ ਵੱਡਾ ਦੁਖਾਂਤ ਹੀ ਇਹ ਆ, ਜਾਂ ਸਭ ਤੋਂ ਵੱਡਾ ਕਰੈਕਟਰ ਹੀ ਇਹ ਆ ਕਿ ਪੂੰਜੀਵਾਦ ਦੇ ਵਿੱਚ ਮਨੁੱਖ ਸਿਰਫ ਪੈਸਾ ਦੇਖਦਾ, ਨਾ ਉਹ ਕਦਰਾਂ ਕੀਮਤਾਂ ਦੇਖਦਾ, ਨਾ ਉਹ ਕੋਈ ਜਿਹੜਾ ਹੈਗਾ ਹਰ ਥਾਂ 'ਤੇ ਮਤਲਬ ਕਿ ਆਪਦਾ ਲਾਭ ਦੇਖਦਾ। ਤਾਂ ਮੋਦਨ ਨਾਲੋਂ ਸੱਜਣ ਦਾ ਹੀ ਫਰਕ ਰਹਿੰਦਾ ਕਿ ਮੋਦਨ ਜਿਹੜਾ ਹੈਗਾ ਜਗੀਰਦਾਰੀ ਸੋਚ ਨੂੰ ਛੱਡ ਕੇ ਜਿਹੜਾ ਉਹਦੇ ਵਿੱਚ ਪੂੰਜੀਵਾਦੀ ਸਿਸਟਮ ਦੇ ਵਿੱਚ ਆਪਦੇ ਖਿਆਲਾਤ ਨੂੰ ਫਿੱਟ ਨਹੀਂ ਕਰ ਸਕਦਾ, ਅਤੇ ਸੱਜਣ ਇਸ ਦੇ ਵਿੱਚ ਫਿੱਟ ਹੋ ਜਾਂਦਾ। ਇਸ ਜਦੋਂ ਜਹਿਦ ਵਿੱਚ ਸੱਜਣ ਜਿਹੜਾ ਲਾਭ ਕਮਾ ਜਾਂਦਾ ਅਤੇ ਮੋਦਨ ਖਾਲੀ ਹੱਥੀਂ ਦੁਨੀਆ ਤੋਂ ਤੁਰ ਜਾਂਦਾ ਹੈ। ਉਹ ਸੱਜਣ ਅਤੇ ਘਨੇ ਕੇ ਮੁੰਡਿਆਂ ਨਾਲ ਸਾਂਝੇ ਟਿਊਬਵੈੱਲ ਦਾ ਪਾਣੀ ਵੀ ਆਪਣੀ ਫਸਲ ਨੂੰ ਨਹੀਂ ਲਿਆਉਣਾ ਚਾਹੁੰਦਾ, ਭਾਵੇਂ ਜਿਹੜੀ ਖੜੀ ਫਸਲ ਕਿਉਂ ਨਾ ਜਿਹੜੀ ਸੁੱਕ ਜੇ। ਇਹ ਜਿਹੜਾ ਮੋਦਨ ਦਾ ਅਣਖ ਭਰਿਆ ਵਤੀਰਾ ਹੈ, ਔਰ ਇਹ ਅਣਖ ਭਰਿਆ ਵਤੀਰਾ ਉਹਦੇ ਜਗੀਰੂ ਸੋਚ ਦੇ ਵਿੱਚੋਂ ਆਇਆ। ਅਤੇ ਜਿਹੜਾ ਸੱਜਣ ਹੈ ਉਹ ਆਪਣੀ ਪੂੰਜੀਵਾਦੀ ਸੋਚ ਦੇ ਨਾਲ ਜਿਹੜਾ ਹੈਗਾ ਉਹ ਘਨੇਕਿਆਂ ਦੇ ਨਾਲ ਮਿਲ ਜਾਂਦਾ, ਹਾਲਾਂਕਿ ਉਹਨਾਂ ਨੇ ਉਹਦੇ ਪਿਓ ਦਾ ਕਤਲ ਕੀਤਾ ਹੁੰਦਾ, ਉਹਦੇ ਪਿਓ ਦੇ ਉੱਪਰ ਝੂਠੇ ਦੋਸ਼ ਲਾਏ ਹੁੰਦੇ ਆ। ਸੋ ਇਸ ਨਾਵਲ ਦਾ ਜਿਹੜਾ ਹੈਗਾ ਸਾਡਾ ਸਮਾਜ, ਸਾਡਾ ਸੱਭਿਆਚਾਰ ਦੇ ਵਿੱਚ ਨੂੰ ਜਿਹੜਾ ਬਹੁਤ ਡੂੰਘੀ ਤਰ੍ਹਾਂ ਪੇਸ਼ ਕੀਤਾ ਗਿਆ। ਕਿਵੇਂ ਜਿਹੜਾ ਹੈਗਾ ਜਦੋਂ ਸਿਸਟਮ ਬਦਲਦੇ ਆ, ਜਦੋਂ ਢਾਂਚੇ ਬਦਲਦੇ ਆ, ਕੋਈ ਵੀ ਜਿਹੜਾ ਜਗੀਰਦਾਰੀ ਸਮਾਜ ਦੇ ਵਿੱਚ ਮਨੁੱਖ ਦੀ ਸੋਚ ਹੋਰ ਤਰ੍ਹਾਂ ਡਿਵੈਲਪ ਹੁੰਦੀ ਆ ਹੋਈ, ਸਾਮਤਵਾਦੀ ਦੇ ਵਿੱਚ ਹੋਰ ਤਰ੍ਹਾਂ ਡਿਵੈਲਪ ਹੋਈ, ਅਤੇ ਪੂੰਜੀਵਾਦ ਦੇ ਵਿੱਚ ਮਨੁੱਖ ਜਿਹੜਾ ਹੈਗਾ ਅੰਦਰੂਨੀ ਕਿਵੇਂ ਸੰਕਟਾਂ ਦਾ ਸ਼ਿਕਾਰ ਹੁੰਦਾ, ਅਤੇ ਜਿਹੜਾ ਹੈਗਾ ਉਹ ਬਾਹਰੀ ਆਪਦੇ ਰੂਪ ਕਿਵੇਂ ਬਦਲਦਾ। ਇਹ ਸਭ ਕੁਛ ਇਸ ਨਾਵਲ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਪੇਸ਼ ਹੋਇਆ। ਹੁਣ ਤੁਸੀਂ ਇਸ ਨਾਵਲ ਨੂੰ ਜਿਹੜਾ ਤੁਹਾਡੇ ਕੋਲੇ ਹੈ, ਜਿਨ੍ਹਾਂ ਬੱਚਿਆਂ ਨੇ ਨਹੀਂ ਪੜ੍ਹਿਆ ਉਹ ਇਸ ਨੂੰ ਜ਼ਰੂਰ ਪੜ੍ਹਨ, ਕਿਉਂਕਿ ਜਿੰਨਾ ਟਾਈਮ ਤੁਸੀਂ ਖੁਦ ਆਪਣੀ ਸੋਚਣ ਸ਼ਕਤੀ ਨੂੰ ਡਿਵੈਲਪ ਨਹੀਂ ਕਰਦੇ, ਖੁਦ ਤੁਸੀਂ ਉਹਨਾਂ ਪਾਤਰਾਂ ਦੇ ਨਾਲ ਨਹੀਂ ਵਿਚਰੋਗੇ, ਉਨਾ ਟਾਈਮ ਤੁਹਾਨੂੰ ਜਿਹੜਾ ਹੈਗਾ ਇਸ ਚੀਜ਼ ਬਾਰੇ ਜਾਂ ਇਸ ਸਮਾਜਿਕ ਸਿਸਟਮ ਬਾਰੇ ਜਿਹੜਾ ਪਤਾ ਨਹੀਂ ਲੱਗੂਗਾ। ਧੰਨਵਾਦ।